ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਾਜਦੀਪ ਤੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਨਜਾਇਜ਼ ਅਸਲਾ ਰੱਖਣ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਦੇ ਬੇਟੇ ਖਿਲਾਫ ਮਾਮਲਾ ਦਰਜ। ਪੁਲਿਸ ਦੀ ਗ੍ਰਿਫਤ ਵਿੱਚ ਆਏ ਮੁਲਜ਼ਮ ਨੇ ਖੋਲੇ ਰਾਜ਼। ਯੂਪੀ ਤੋਂ ਲਿਆ ਕੇ ਦਿੱਤਾ ਸੀ ਅਸਲਾ। ਮਾਮਲੇ ਵਿੱਚ 3 ਲੋਕਾਂ ਖਿਲਾਫ ਕੇਸ ਦਰਜ, 1 ਗ੍ਰਿਫਤਾਰ। ਖੰਨਾ ਨੇੜੇ ਜਲੰਧਰ ਦਿੱਲੀ ਹਾਈਵੇ ਤੇ ਧੱਸੀ ਸੜਕ ਧੱਸਣ ਨਾਲ ਆਵਾਜਾਈ ਹੋਈ ਪ੍ਰਭਾਵਿਤ। ਕਾਰਨਾਂ ਦੀ ਹੋ ਰਹੀ ਹੈ ਜਾਂਚ। ਮੌਕੇ ਤੇ ਪਹੁੰਚੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ। ਜਲਦ ਸੜਕ ਠੀਕ ਕਰਨ ਦੇ ਜਾਰੀ ਕੀਤੇ ਨੇ ਆਦੇਸ਼। ਸਮਰਾਲਾ ਦੇ ਸਰਕਾਰੀ ਸਕੂਲ ਵਿੱਚ ਕੋਰੋਨਾ ਦੀ ਦਸਤਕ। ਸਕੂਲ ਦਾ ਸਰਕਾਰੀ ਅਧਿਆਪਕ ਆਇਆ ਕੋਰੋਨਾ ਪੋਜ਼ਿਟਿਵ। ਘਰ ਦੇ ਵਿੱਚ ਕੀਤਾ ਗਿਆ ਇਕਾਂਤਵਾਸ। ਬਾਕੀ ਅਧਿਆਪਕਾਂ ਦੇ ਹੋ ਰਹੇ ਨੇ ਟੈਸਟ। ਕਿਸਾਨ ਜਥੇਬੰਦੀਆਂ ਦਾ ਵਿਰੋਧ ਜਾਰੀ। ਭਾਰਤੀ ਕਿਸਾਨ ਯੂਨੀਅਨ ਡਕੌਤਾ ਦੇ ਪ੍ਰਧਾਨ ਦੀ ਅਪੀਲ। ਸਾਰੇ ਜਥੇਬੰਦੀਆਂ ਨੂੰ ਇੱਕ ਹੋਣ ਦੀ ਕੀਤੀ ਅਪੀਲ। ਮੋਦੀ ਸਰਕਾਰ ਤੇ ਲਗਾਏ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਦੋਸ਼। ਭਗਵਾਨ ਸ਼੍ਰੀ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਮਨਾਉਣ ਦੀਆਂ ਤਿਆਰੀਆਂ ਵਿੱਚ ਲੱਗੀਆਂ ਵੱਖ-ਵੱਖ ਸੰਸਥਾਵਾਂ। ਪ੍ਰਗਟ ਦਿਵਸ ਮੌਕੇ ਕੱਢੀਆਂ ਜਾਣਗੀਆਂ ਸ਼ੋਭਾ ਯਾਤਰਾਵਾਂ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਲੁਧਿਆਣਾ ਦੇ ਵਿੱਚ ਨਜਾਇਜ਼ ਅਸਲਾ ਰੱਖਣ ਦੇ ਦੋਸ਼ ਵਿੱਚ ਲੁਧਿਆਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਵੱਲੋਂ ਕਾਂਗਰਸੀ ਆਗੂ ਦੇ ਬੇਟੇ ਸਣੇ 2 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਕਾਰੋਬਾਰੀ ਦੇ ਨਾਲ ਲੁੱਟ ਦੇ ਮਾਮਲੇ ਵਿੱਚ ਸੰਜੂ ਬਾਮਣ ਨਾਮ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਤਫਤੀਸ਼ ਦੇ ਦੌਰਾਨ ਪਤਾ ਲੱਗਿਆ ਕਿ ਸੰਜੂ ਬਾਮਣ ਨੇ ਕੁਝ ਮਹੀਨੇ ਪਹਿਲਾਂ ਕਾਂਗਰਸੀ ਆਗੂ ਦੇ ਬੇਟੇ ਅਤੇ ਇੱਕ ਹੁਸ਼ਿਆਰਪੁਰ ਵਾਸੀ ਸੁਖਚੈਨ ਸਿੰਘ ਨਾਮ ਦੇ ਵਿਅਕਤੀ ਨੂੰ ਯੂਪੀ ਤੋਂ ਲਿਆ ਕੇ ਨਜਾਇਜ਼ ਅਸਲਾ ਦਿੱਤਾ ਸੀ। ਪੁਲਿਸ ਦੇ ਵੱਲੋਂ ਮਾਮਲੇ ਤੇ ਕਾਰਵਾਈ ਕਰਦੇ ਹੋਏ ਸੁਖਚੈਨ ਸਿੰਘ ਪਾਸੋਂ 32 ਬੋਰ ਦਾ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ, ਜਦਕਿ ਦੂਸਰੇ ਮੁਲਜ਼ਮ ਦੀ ਗ੍ਰਿਫਤਾਰੀ ਹਲੇ ਬਾਕੀ ਹੈ। ਕੁਝ ਦਿਨ ਪਹਿਲਾਂ ਅਸੀਂ ਇੱਕ ਸੰਜੂ ਬਾਮਣ ਨਾਂ ਦਾ ਲੜਕਾ ਲੁਧਿਆਣੇ ਤੋਂ ਅਰੈਸਟ ਕੀਤਾ ਸੀ। ਸਾਡੇ ਇੱਕ ਖੋਹ ਦੇ ਕੇਸ ਦੇ ਵਿੱਚ ਵਾਂਟਡ ਸੀ। 6 ਨੰਬਰ ਦੇ ਵਿੱਚ ਪਰਚਾ ਆਲਰੇਡੀ ਦਰਜ ਸੀਗਾ। ਉਹਦੇ ਉਸ ਵਾਰਦਾਤ ਦੇ ਮੰਨਣ ਦੇ ਨਾਲ ਉਹਦੀ ਇੰਟਰੋਗੇਸ਼ਨ ਵਿੱਚ ਹੋਰ ਗੱਲ ਆਈ ਵੀ ਉਹ ਇਸ ਤੋਂ ਇਲਾਵਾ 2 ਪਿਸਟਲ ਹੋਰ ਯੂਪੀ ਤੋਂ 2 ਬੰਦਿਆਂ ਨੂੰ ਦਵਾ ਕੇ ਲਿਆ, ਜਿੱਤੇ ਅਸੀਂ ਕੇਸ ਰਜਿਸਟਰ ਕਰਕੇ ਉਹਨਾਂ ਵਿੱਚੋਂ ਇੱਕ ਬੰਦਾ ਸੁਖਚੈਨ ਸਿੰਘ ਜਿਹੜਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ, ਉਹਨੂੰ ਅਰੈਸਟ ਕਰ ਲਿਆ ਤੇ ਉਹ ਪਿਸਟਲ ਵੀ ਬਰਾਮਦ ਕਰ ਲਿਆ। ਦੇਸੀ ਪਿਸਟਲ ਸੀ ਜਿਹੜਾ ਯੂਪੀ ਤੋਂ ਲੈ ਕੇ ਆਏ ਸੀ। ਉਧਰ ਖੰਨਾ ਨੇੜੇ ਜਲੰਧਰ ਦਿੱਲੀ ਹਾਈਵੇ ਤੇ ਬਣੇ ਫਲਾਈਓਵਰ ਦੀ ਸੜਕ ਧੱਸ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਸ ਦੇ ਨਾਲ ਸੜਕ ਤੋਂ ਗੁਜ਼ਰਨ ਵਾਲੀ ਆਵਾਜਾਈ ਨੂੰ ਦੂਸਰੀ ਸੜਕ ਤੇ ਡਾਇਵਰਟ ਕੀਤਾ ਗਿਆ। ਸੜਕ ਧੱਸਣ ਦੇ ਨਾਲ ਪੁਲਿਸ ਨੂੰ ਟ੍ਰੈਫਿਕ ਦੀ ਵਿਵਸਥਾ ਕਰਨ ਦੇ ਵਿੱਚ ਮੁਸ਼ਕਿਲ ਪੇਸ਼ ਆਈ। ਉੱਥੇ ਹੀ ਮੌਕੇ ਤੇ ਪਹੁੰਚੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਪੁਲ 8 ਤੋਂ 9 ਸਾਲ ਪੁਰਾਣਾ ਹੈ ਤੇ ਇਸ ਦੀ ਮੁਰੰਮਤ ਕੀਤੀ ਜਾਣੀ ਸੀ। ਉਹਨਾਂ ਨੇ ਕਿਹਾ ਕਿ ਸੜਕ ਧੱਸਣ ਦਾ ਕਾਰਨ ਮਾਹਰ ਹੀ ਦੱਸ ਸਕਦੇ ਨੇ ਅਤੇ ਜਾਂਚ ਤੋਂ ਬਾਅਦ ਹੀ ਇਸ ਦਾ ਕਾਰਨ ਪਤਾ ਲੱਗ ਸਕਦਾ ਹੈ, ਪਰ ਉਹਨਾਂ ਦੇ ਵੱਲੋਂ ठेकेदार ਨੂੰ जल्द तो जल्द सड़क ठीक करने के आदेश जारी किए गए हैं। क्या कारण था जब पूरे ऊपर से धस गया है? अभी तो एग्जैक्टली इस समय तो नहीं बताया जा सकता कि क्योंकि नई स्ट्रक्चर कोई होती जिसके ऊपर पहले ट्रैफिक नहीं चला होता तो असर्टेन किया जा सकता था। अब ये काफ़ी पुराना स्ट्रक्चर है, 9 साल पहले 8-9 साल पहले बना है और 8-9 साल से इसमें कोई ऐसा मेजर इशू नहीं आया था। मतलब धीरे धीरे करके कुछ डैमेज रहा होगा। अब इसको कल ओपन करेंगे। इसका जो एक्सपर्ट है, जो आरीवाल के ऊपर एक्सपर्ट है, वो आएंगे, वो इसको देखेंगे और कल हम आपको बता पाएंगे कि रीज़न से ज़्यादा हम आपको ये बता पाएंगे कि अब हमने करना क्या है इसमें। ਸਮਰਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਅਧਿਆਪਕ ਦੇ ਕੋਰੋਨਾ ਪੋਜ਼ਿਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਅਤੇ ਅਧਿਆਪਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਕੋਰੋਨਾ ਪੋਜ਼ਿਟਿਵ ਆਏ ਅਧਿਆਪਕ ਨੂੰ ਸਿਹਤ ਵਿਭਾਗ ਦੇ ਵੱਲੋਂ ਉਸਦੇ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਫਿਲਹਾਲ ਸਕੂਲ ਦੇ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉੱਥੇ ਹੀ ਸਿਹਤ ਵਿਭਾਗ ਦੇ ਵੱਲੋਂ ਪੀੜਿਤ ਅਧਿਆਪਕ ਦੇ ਸੰਪਰਕ ਵਿੱਚ ਆਏ ਬਾਕੀ ਅਧਿਆਪਕਾਂ ਦੇ
ਟੈਸਟ ਕੀਤੇ ਜਾ ਰਹੇ ਨੇ। ਉਧਰ ਸਮਰਾਲਾ ਦੇ SMO ਤਰਕਜੋਤ ਸਿੰਘ ਨੇ ਦੱਸਿਆ ਕਿ ਸਕੂਲ ਖੋਲ੍ਹਣ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਦੇ ਕਰੋਨਾ ਟੈਸਟ ਕੀਤੇ ਗਏ ਸਨ, ਜਿਸ ਦੇ ਵਿੱਚ ਇੱਕ ਅਧਿਆਪਕ ਕਰੋਨਾ ਪੋਜ਼ਿਟਿਵ ਪਾਏ ਗਏ, ਜਿਨ੍ਹਾਂ ਨੂੰ ਘਰ ਦੇ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉੱਥੇ ਹੀ ਸਕੂਲ ਪ੍ਰਿੰਸੀਪਲ ਦੇ ਵੱਲੋਂ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੀ ਗੱਲ ਆਖੀ ਗਈ ਹੈ। ਸਰ, ਬੋਰਡ ਦੀਆਂ ਇੰਸਟਰਕਸ਼ਨਾਂ ਤੇ ਸਿੱਖਿਆ ਵਿਭਾਗ ਦੀਆਂ ਇੰਸਟਰਕਸ਼ਨਾਂ ਅਨੁਸਾਰ ਜੋ ਕੋਵਿਡ ਦੇ ਸੰਬੰਧ ਵਿੱਚ ਸੇਫਟੀ ਮੈਜਰਸ ਲਏ ਜਾਣੇ ਉਹ ਅਸੀਂ ਪੂਰੇ ਲੈ ਰਹੇ। ਸਕੂਲ ਸਾਡਾ ਰੋਜ਼ਾਨਾ ਸੈਨੀਟਾਈਜ਼ ਹੁੰਦਾ ਜੀ, ਤੇ ਗੇਟ ਤੇ ਸੈਨੀਟਾਈਜ਼ਰ ਔਰ ਸਟਾਫ ਦੀ ਡਿਊਟੀ ਹੈ। ਜਿਹੜਾ ਵੀ ਕੋਈ ਵੀ ਸਾਡੇ ਕੋਲ ਵਿਜ਼ਿਟਰ, ਸਾਡਾ ਸਟਾਫ, ਸਟੂਡੈਂਟ ਕੋਈ ਵੀ ਆਉਂਦਾ, ਉਹਨਾਂ ਦਾ ਟੈਂਪਰੇਚਰ ਬਾਕਾਇਦਾ ਚੈੱਕ ਕੀਤਾ ਜਾਂਦਾ। ਠੀਕ ਪਾਏ ਜਾਣ 'ਤੇ ਹੀ ਅਸੀਂ ਐਂਟਰੀ ਦਿੰਦੇ ਹਾਂ ਔਰ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਹੀ ਸਾਰੇ ਸਕੂਲ ਦੇ ਵਿੱਚ ਆਚਾਰ ਵਿਹਾਰ ਚੱਲਦਾ ਹੈ ਜੀ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਸਾਰੀ ਦੁਨੀਆ ਕਰੋਨਾ ਮਹਾਮਾਰੀ ਨਾਲ ਹੈ, ਤੇ ਜਿਵੇਂ ਕੇਸ ਘਟ ਰਿਹਾ, ਫਿਰ ਵੀ ਇਸ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਅਸੀਂ ਸਮੇਂ ਸਿਰ ਅਲੱਗ-ਅਲੱਗ ਥਾਵਾਂ 'ਤੇ ਲੋਕਾਂ ਦੇ ਟੈਸਟ ਕਰਦੇ ਰਹਿੰਦੇ ਹਾਂ। ਇਸੇ ਲੜੀ ਵਿੱਚ ਟੈਸਟ ਕਰਾਉਣ ਦੇ ਵਿੱਚ ਇੱਕ ਟੀਚਰ ਪੋਜ਼ਿਟਿਵ ਆਇਆ, ਤੇ ਅਸੀਂ ਉਹਨਾਂ ਨੂੰ ਹੋਮ ਆਈਸੋਲੇਟ ਕਰਕੇ ਤੇ ਉਹਨਾਂ ਨੂੰ ਪੰਜਾਬ ਸਰਕਾਰ ਦੀ ਹਦਾਇਤਾਂ ਨਾਲ ਕੰਟੈਕਟ ਟ੍ਰੇਸਿੰਗ ਕਰਕੇ ਤੇ ਉਹ ਬਾਕੀ ਲੋਕਾਂ ਨੂੰ ਵੀ ਆਈਸੋਲੇਟ ਕਰ ਰਹੇ। ਤੇ ਇਸ ਲੜੀ ਵਿੱਚ ਹੀ ਉਹਨਾਂ ਦੇ ਸਕੂਲ ਦੇ ਜਿਹੜੇ ਸਾਰੇ ਟੀਚਰ ਨੇ ਉਹਨਾਂ ਦੀ ਇੱਕ ਵਾਰੀ ਅਸੀਂ ਟੈਸਟ ਕਰਤੇ, ਤੇ ਅਸੀਂ ਦੁਬਾਰਾ ਵੀ ਟੈਸਟ ਉਹਨਾਂ ਦੇ ਕਰਾਂਗੇ। ਤੇ ਸਕੂਲ ਵਾਲਿਆਂ ਨੂੰ ਅਸੀਂ ਦੱਸਿਆ ਕਿ ਆਪਣੇ ਥੋੜ੍ਹੀ ਦੇਰ ਲਈ ਸਕੂਲ ਬੰਦ ਕਰਕੇ ਔਨਲਾਈਨ, ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਔਨਲਾਈਨ ਕਲਾਸਿਸ ਲਵਾਂਗੇ ਬੱਚਿਆਂ ਦੀਆਂ, ਜਦ ਤੱਕ ਇੱਕ ਵਾਰੀ ਪੂਰੀ ਤਰ੍ਹਾਂ ਸਾਰੇ ਬੰਦੇ ਤੰਦਰੁਸਤ ਨਾ ਸਿੱਧ ਹੋ ਜਾਣ ਵੀ ਸਾਰੇ ਸਹੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਜਗਰਾਉਂ ਦੇ ਰੇਲਵੇ ਸਟੇਸ਼ਨ ਤੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਜਾਰੀ ਨੇ ਅਤੇ ਇਸ ਪ੍ਰਦਰਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਤਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਖਾਸ ਤੌਰ ਤੇ ਪਹੁੰਚੇ, ਜਿਨ੍ਹਾਂ ਨੇ ਮੋਦੀ ਸਰਕਾਰ ਤੇ ਰੇਲ ਰੋਕਣ ਦੇ ਬਹਾਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਲਗਾਏ ਨੇ। ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਬਕਾਇਦਾ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਇਸੇ ਸੰਘਰਸ਼ ਨੂੰ ਜਗਰਾਉਂ ਵਿਖੇ ਸੰਬੋਧਨ ਕਰਨ ਲਈ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਜੀ ਬੁਰਜਗਿੱਲ ਆਏ ਨੇ। ਆਓ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਉਹ ਇੱਕ ਕਿਸਾਨ ਯੂਨੀਅਨ ਉਗਰਾਹਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਉਹ ਮੋਦੀ ਸਰਕਾਰ ਨੂੰ ਮੌਕਾ ਹੋਰ ਨਾ ਦੇਣ ਇਸ ਐਜੀਟੇਸ਼ਨ ਨੂੰ ਖਰਾਬ ਕਰਨ ਦਾ, ਕਿਉਂਕਿ ਪਹਿਲਾਂ ਵੀ ਇੱਕ ਵਾਰੀ ਉਹ ਮਾਲ ਗੱਡੀਆਂ ਨੂੰ ਰੋਕ ਕੇ ਇਹ ਮੌਕਾ ਉਹਨਾਂ ਨੂੰ ਦੇ ਚੁੱਕੇ ਨੇ, ਜਿਸ ਕਰਕੇ ਐਜੀਟੇਸ਼ਨ ਹੁਣ ਅੱਗੇ ਨਾਲੋਂ ਥੋੜ੍ਹਾ ਜਿਹਾ ਖਰਾਬ ਹੋ ਰਿਹਾ ਹੈ। ਪਰ ਜਿਸ ਕਰਕੇ ਫਿਰ ਵੀ ਉਹ ਹੁਣ ਏਕੇ ਦਾ ਸਬੂਤ ਦਿੰਦੇ ਹੋਏ ਅੱਜ ਇੱਥੇ ਪਹੁੰਚੇ ਨੇ ਔਰ ਕੀ ਸੰਦੇਸ਼ ਦਿੰਦੇ ਨੇ, ਆਓ ਆਪਾਂ ਉਹਨਾਂ ਤੋਂ ਹੀ ਜਾਣਦੇ ਹਾਂ। ਜੀ ਬੂਟਾ ਜੀ, ਕੀ ਕਹੋਗੇ ਜੀ ਉਗਰਾਹਾਂ? ਦੇਖੋ, ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਇਹ ਗੱਲ ਕਹਾਂਗੇ ਕਿ ਸਾਂਝੀ ਭਾਵਨਾ ਦੇ ਤਹਿਤ ਐਜੀਟੇਸ਼ਨ ਚੱਲ ਰਹੀ ਹੈ। ਐਜੀਟੇਸ਼ਨ ਸਿਰੇ 'ਤੇ ਪਹੁੰਚੀ ਹੋਈ ਹੈ। ਅਸੀਂ 30 ਜਥੇਬੰਦੀਆਂ ਨੇ ਫੈਸਲਾ ਕੀਤਾ 23 ਤਰੀਕ ਨੂੰ ਕਿ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨੀ ਦੇ ਹਿੱਤਾਂ ਨੂੰ ਧਿਆਨ 'ਚ ਰੱਖਿਆ ਸੀ। DAP ਦੀ ਲੋੜ ਆ, ਯੂਰੀਏ ਦੀ ਲੋੜ ਆ, ਬਾਰਦਾਨੇ ਦੀ ਲੋੜ ਆ। ਸ਼ਹਿਰ ਵਾਸੀਆਂ ਨੇ ਮੂਹਰੇ 2 ਤਿਉਹਾਰ ਆ ਰਹੇ ਆ, ਦੁਸਹਿਰਾ ਸੀ, ਉਦੋਂ ਬਾਅਦ ਦੀਵਾਲੀ ਸੀ। ਬਹੁਤ ਅਤੀ ਜ਼ਰੂਰੀ ਚੀਜ਼ਾਂ ਜਿਹੜੀਆਂ ਰੇਲਵੇ ਰਾਹੀਂ ਆਉਂਦੀਆਂ। ਇੱਕ ਵੱਡਾ ਖਦਸ਼ਾ ਲੋਕਾਂ 'ਚ ਇਹ ਪਾਇਆ ਜਾ ਰਿਹਾ ਸੀ ਕਿ ਜੇ ਥਰਮਲ ਬੰਦ ਹੋ ਗਏ ਕੋਲੇ ਦਾ ਕਰਕੇ ਤਾਂ ਬਿਜਲੀ ਗੁੱਲ ਹੋ ਜੂਗੀ, ਹਨੇਰਾ ਛਾ ਜੂਗਾ। ਵੈਸੇ ਇਹ ਨੈਸ਼ਨਲ ਗ੍ਰਿਡ ਹੋ ਨਹੀਂ ਸਕਦਾ, ਪਰ ਅਸੀਂ ਫਿਰ ਵੀ ਧਿਆਨ 'ਚ ਰੱਖਿਆ ਇਸ ਗੱਲ ਨੂੰ। ਅਸੀਂ 15 ਦਿਨਾਂ ਦੇ ਲਈ ਫੈਸਲਾ ਕਰਕੇ ਮਾਲ ਗੱਡੀਆਂ ਚੱਲਣ ਦਾ ਫੈਸਲਾ ਕੀਤਾ ਸੀ ਤੇ ਮੁਸਾਫਰ ਗੱਡੀਆਂ ਬੰਦ ਕਰਨ ਦੇ ਲਈ ਅਸੀਂ ਰੇਲਵੇ ਟਰੈਕਾਂ ਨੂੰ ਛੱਡ ਕੇ ਪਲੇਟਫਾਰਮਾਂ 'ਤੇ ਚਲੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 2 ਗੱਡੀਆਂ ਰੋਕ ਲਈਆਂ, ਇੱਕ ਰਾਜਪੁਰੇ ਰੋਕ ਲਈ ਕੋਲੇ ਵਾਲੀ ਗੱਡੀ, ਇੱਕ ਬਣਾ ਵਾਲੀ ਰੋਕ ਲਈ। ਉਹ ਰੋਕ ਕੇ ਸਾਂਝੀ ਭਾਵਨਾ ਨੂੰ ਸੱਟ ਇਸ ਲਈ ਵੱਜੀ ਕਿ ਮੋਦੀ ਸਰਕਾਰ ਨੂੰ ਬਹਾਨਾ ਮਿਲ ਗਿਆ ਕਿ ਮਾਲ ਗੱਡੀਆਂ ਤਾਂ ਚੱਲੀਆਂ ਹੀ ਨਹੀਂ ਪੰਜਾਬ ਦੇ ਵਿੱਚ ਰੇਲਵੇ ਟਰੈਕ ਖਾਲੀ ਹੋਏ ਹੀ ਨਹੀਂ ਹੈ। ਇਸ ਕਰਕੇ ਸਾਰੀਆਂ ਗੱਡੀਆਂ ਬੰਦ ਕਰ ਦਿੱਤੀਆਂ ਜਾਣੀ। ਉਹ ਜਿਹੜੇ ਸਾਰੇ ਵਰਗਾਂ ਦੇ ਹਿੱਤ ਅਸੀਂ ਧਿਆਨ 'ਚ ਰੱਖੇ ਸੀ, ਇੱਕ ਵਾਰੀ ਉਹਨਾਂ ਨੂੰ ਵੀ ਸੱਟ ਵੱਜੀ। ਤੇ ਜਿਹੜੀ ਸਾਂਝੀ ਭਾਵਨਾ ਨਾਲ ਐਜੀਟੇਸ਼ਨ ਚੱਲ ਰਹੀ ਸੀ, ਜਿਹੜਾ ਉਹ ਕਹਿੰਦੇ ਆ ਕਿ ਅਸੀਂ ਤਾਲਮੇਲਮਾ ਸੰਘਰਸ਼ ਕਰਾਂਗੇ, ਵਿੱਚ ਨਹੀਂ ਹਾਂ ਅਸੀਂ ਤੀਹਾਂ ਦੇ, ਤਾਂ ਉਹ ਤਾਲਮੇਲਮਾ ਸੰਘਰਸ਼ ਇਹ ਨਹੀਂ ਹੁੰਦਾ ਕਿ 30 ਜਥੇਬੰਦੀਆਂ ਕਹਿਣ ਅਸੀਂ ਮਾਲ ਗੱਡੀਆਂ ਛੱਡਤੀਆਂ ਤੇ 2 ਜਥੇਬੰਦੀਆਂ ਕਹਿਣ ਕਿ ਅਸੀਂ 2 ਗੱਡੀਆਂ ਰੋਕੀ ਬੈਠੇ ਹਾਂ। ਅਗਰ ਉਹਨਾਂ ਨੇ ਇਹੀ ਕਰਨਾ ਸੀ ਤਾਂ ਰਾਜਪੁਰਾ ਥਰਮਲ ਦਾ ਘਰਾਓ ਕੀਤਾ ਜਾ ਸਕਦਾ ਹੈ, ਬਣਾ ਵਾਲੀ ਥਰਮਲ ਦਾ ਘਰਾਓ ਕੀਤਾ ਜਾ ਸਕਦਾ, ਪਰ ਮਾਲ ਗੱਡੀਆਂ ਨਹੀਂ ਸੀ ਘੇਰਨੀਆਂ ਚਾਹੀਦੀਆਂ। ਤੁਹਾਡੇ ਨਾਲ ਤੁਹਾਡੇ ਸਾਥੀ ਵੀ ਆਏ ਨੇ ਬਠਿੰਡੇ ਤੋਂ, ਔਰ ਉਹ ਵੀ ਇਸ ਐਜੀਟੇਸ਼ਨ ਨੂੰ ਕਿਸ ਤਰ੍ਹਾਂ ਮਤਲਬ ਦੇਖਦੇ ਨੇ ਔਰ ਕਿਵੇਂ ਇਹ ਚਾਹੁੰਦੇ ਨੇ ਕਿ ਇਹ ਜਿਹੜਾ ਐਜੀਟੇਸ਼ਨ ਹੋਰ ਖਰਾਬ ਨਾ ਹੋਵੇ, ਜਾਂ ਜਿਹੜਾ ਮੋਦੀ ਸਰਕਾਰ ਨੂੰ ਮੌਕਾ ਮਿਲਿਆ ਉਹ ਹੋਰ ਅੱਗੇ ਨਾ ਵਧਾਇਆ ਜਾਵੇ। ਕੀ ਕਹੋਗੇ ਜੀ ਤੁਸੀਂ? ਕੀ ਵਾਕਈ ਇਹ ਜਿਹੜਾ ਐਜੀਟੇਸ਼ਨ ਖਰਾਬ ਕਰਨ ਵਾਲਾ ਮਾਹੌਲ ਕੀਤਾ ਵਾ ਉਗਰਾਹਾਂ ਨੇ? ਮੈਂ ਹਰਦੀਪ ਸਿੰਘ ਗਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਜ਼ਿਲ੍ਹਾ ਪ੍ਰਧਾਨ ਡਕੌਂਦਾ ਦਾ। ਤੇ ਜਿਹੜੀ ਹੈਗੀ ਆ ਇਹ ਉਗਰਾਹਾਂ ਵਾਲੀ ਇਹ ਰਣਨੀਤੀ ਆ, ਇਹ ਜਾਣੀ ਕਿ ਵੀ ਤਾਲਮੇਲ ਕਮੇਟੀ ਤੋਂ ਬਾਹਰ ਆ, ਨਹੀਂ ਹੋਣੀ ਚਾਹੀਦੀ ਸੀ। ਅੱਜ ਸਾਡੇ ਨਾਲ ਮਜ਼ਦੂਰ ਜੁੜਿਆ, ਮੁਲਾਜ਼ਮ ਜੁੜਿਆ, ਸ਼ਹਿਰੀ ਵਰਗ ਜੁੜਿਆ, ਆੜ੍ਹਤੀਆ ਵਰਗ ਜੁੜਿਆ, ਤਕਰੀਬਨ ਸਾਰੇ ਵਰਗ ਅੱਜ ਸਾਡੇ ਨਾਲ ਕਿਸਾਨੀ ਨੂੰ ਬਚਾਉਣ ਦੀ ਖਾਤਰ
ਇਸ ਸਾਡੀ ਜ਼ਮੀਨ ਨੂੰ ਤੇ ਜ਼ਮੀਰ ਨੂੰ ਬਚਾਉਣ ਦੀ ਖਾਤਰ ਸਾਡੇ ਨਾਲ ਜੁੜੇ ਨੇ। ਅਸੀਂ ਇਹੀ ਅਪੀਲ ਕਰਾਂਗੇ ਵੀ ਜਿਹੜੀ ਉਹ ਆਮ ਹਟ ਕੇ ਕਰ ਰਹੇ ਨੇ ਉਹ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਹੋਣੀ ਚਾਹੀਦੀ, ਨਾ ਹੀ ਹੋਵੇ। ਵੀ ਅਸੀਂ ਇਹੀ ਗੱਲ ਕਰਾਂਗੇ, ਅਪੀਲ ਕਰਾਂਗੇ ਵੀ ਭਾਈ ਜਿਹੜੀ ਉਹਨਾਂ ਨੇ ਤਾਲਮੇਲ ਵਾਲੇ ਕੰਮ ਕਰਨਾ ਉਹ ਸਾਡੇ ਜਥੇਬੰਦੀਆਂ ਦੇ ਨਾਲ 30 ਕਿਸਾਨ ਜਥੇਬੰਦੀਆਂ ਦੇ ਨਾਲ ਤਾਲਮੇਲ ਕਰਕੇ ਹੋਣਾ ਚਾਹੀਦਾ, ਉਹ ਗਲਤ ਆ। ਸੋ ਦੇਖਿਆ ਤੁਸੀਂ ਕਿਸ ਤਰ੍ਹਾਂ ਆਪਾਂ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਔਰ ਉਹਨਾਂ ਦੇ ਨਾਲ ਆਏ ਸਾਥੀ ਹਰਦੀਪ ਸਿੰਘ ਨੇ ਬਕਾਇਦਾ ਦੱਸਿਆ ਕਿ ਇਹ ਜਿਹੜਾ ਤਾਲਮੇਲ ਉਹਨਾਂ ਨੇ ਸੰਘਰਸ਼ ਕਰਨ ਦਾ ਨਾਂ ਦਿੱਤਾ ਇਹ ਬਿਲਕੁਲ ਗਲਤ ਹੈ। ਬਕਾਇਦਾ ਕਿਸਾਨ ਜਥੇਬੰਦੀਆਂ ਦੇ ਨਾਲ ਤਾਲਮੇਲ ਕਰਕੇ ਸਾਰੀ ਗੱਲ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜਿਹੜਾ ਐਜੀਟੇਸ਼ਨ ਜਿਸ ਤਰ੍ਹਾਂ ਚੱਲ ਰਿਹਾ ਹੈ, ਜਿੱਤ ਵੱਲ ਨੂੰ ਵਧ ਰਿਹਾ ਹੈ, ਇਹ ਪੂਰੀ ਜਿੱਤ ਹਾਸਲ ਕਰਕੇ ਹੀ ਰਹੇ। ਕੈਮਰਾਮੈਨ ਮੁਕੁਲ ਦੇ ਨਾਲ ਹਿਮਰਾਜ ਬੱਬਰ। ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਦੀ ਰੋਸ ਰੈਲੀ ਦੇ ਵਿੱਚ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਮਿਲ ਕੇ ਰੋਸ ਰੈਲੀ ਦੇ ਵਿੱਚ ਉਸ ਦਾ ਸਾਥ ਦਿੱਤਾ ਗਿਆ ਹੈ। ਇਸ ਮੌਕੇ ਬੱਸ ਅੱਡੇ ਤੇ ਲੁਧਿਆਣਾ ਬੱਸ ਅੱਡੇ ਤੇ 13 ਜਥੇਬੰਦੀਆਂ ਨੇ ਰੋਸ ਰੈਲੀ ਦੇ ਵਿੱਚ ਹਿੱਸਾ ਲਿਆ। ਇਸ ਦੌਰਾਨ ਠੇਕੇਦਾਰੀ ਤੇ ਭਰਤੀ ਕੀਤੇ ਹੋਏ ਮੁਲਾਜ਼ਮਾਂ ਨੇ ਸਰਕਾਰ ਤੋਂ ਉਹਨਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਦੇ ਮੁਤਾਬਿਕ ਨੌਕਰੀ ਤੇ ਉਹਨਾਂ ਨੂੰ ਪੱਕਾ ਕਰਨ ਦੇ ਨਾਲ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਵਾਧਾ ਕੀਤਾ ਜਾਵੇ। ਪਨਬਸ ਨੂੰ ਪੰਜਾਬ ਰੋਡਵੇਜ਼ ਦੇ ਵਿੱਚ ਮਿਲਾਉਣ ਦੀ ਵੀ ਮੰਗ ਸਰਕਾਰ ਦੇ ਅੱਗੇ ਰੱਖੀ ਗਈ। ਅਸੀਂ 2007 ਤੋਂ ਭਰਤੀ ਹੋਏ ਆਊਟਸੋਰਸਿੰਗ ਤੇ ਸਰਕਾਰ ਉਦੋਂ ਕਹਿੰਦੀ ਵੀ ਤੁਹਾਨੂੰ ਪੱਕੇ ਕਰਾਂਗੇ, ਮੁੜ ਕੇ ਫਿਰ ਕਾਨੂੰਨ ਬਣਾ ਕੇ ਸਾਡੇ ਮੁੱਕਰ ਕੀ ਨਹੀਂ ਬਣਾ ਕਰਿਆ। 2013  'ਚ ਆ ਕੇ ਇਹਨਾਂ ਨੇ ਮੁੜ ਕੇ ਸਾਡੇ ਟੈਸਟ ਲਏ, ਕੰਟਰੈਕਟ ਤੇ ਭਰਤੀ ਕੀਤੀ। 15 'ਚੋਂ ਭਰਤੀ ਹੋ ਕੇ ਬੰਦੇ ਰੱਖ ਲਏ, ਉਹਨਾਂ ਨੂੰ ਕਹਿੰਦੇ 3 ਸਾਲ ਪੱਕੇ ਕਰਾਂਗੇ। ਉਹਨਾਂ ਨੂੰ ਅੱਜ 4 ਸਾਲ ਹੋ ਗਏ, ਉਹ ਵੀ ਪੱਕੇ ਨਹੀਂ ਕੀਤੇ ਗਏ। ਅੱਜ ਸਾਨੂੰ ਟੋਟਲ 13 ਸਾਲ 14 ਸਾਲ ਹੋ ਗਏ ਹੈ। 2500 ਰੁਪਏ ਤਨਖਾਹ 'ਤੇ ਅਸੀਂ ਲੱਗੇ ਸੀ, ਅੱਜ 14,000 ਸਾਨੂੰ ਸਰਕਾਰ ਦੇ ਰਹੀ ਹੈ ਤਨਖਾਹ, ਪਰ ਸਾਨੂੰ ਅੱਜ ਤੱਕ ਪੱਕੇ ਕਰਨ ਵਾਲੀ ਨਹੀਂ ਵਿਚਾਰ ਕਰ ਰਹੀ। ਅਗਲਾ ਸੰਘਰਸ਼ 4 ਨੂੰ ਅਸੀਂ ਜਲੰਧਰ ਕਰ ਰਹੇ ਇਸ ਤਰ੍ਹਾਂ ਜ਼ੋਨ ਦੀ ਰੈਲੀ, ਤੇ 12 ਨੂੰ ਕਰ ਰਹੇ ਅੰਮ੍ਰਿਤਸਰ। ਜੇ ਸਰਕਾਰ ਨੇ ਫਿਰ ਵੀ ਨਾ ਸੁਣੀ ਫਿਰ 26 ਨੂੰ ਪੂਰਾ ਪੰਜਾਬ ਚੱਕਾ ਜਾਮ ਕਰਕੇ ਅਸੀਂ ਹੜਤਾਲ ਕਰਾਂਗੇ। ਜੇ ਸਰਕਾਰ ਫਿਰ ਨਹੀਂ ਸੁਣਦੀ ਫਿਰ ਆਪਣੇ ਬੱਚਿਆਂ ਸਣੇ ਚੰਡੀਗੜ੍ਹ ਹੀ ਬੈਠਾਂਗੇ। ਸ਼ਿਵ ਸੈਨਾ ਬਾਲ ਠਾਕਰੇ ਪਾਰਟੀ ਦੇ ਵੱਲੋਂ ਨਵੇਂ ਮੈਂਬਰਾਂ ਨੂੰ ਪਾਰਟੀ ਦੇ ਨਾਲ ਜੋੜਨ ਦੇ ਲਈ ਵਿਸ਼ੇਸ਼ ਬੈਠਕ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਭਾਟੀਆ ਦੇ ਵੱਲੋਂ ਪਾਰਟੀ ਦੇ ਵਿੱਚ ਨਵੇਂ ਮੈਂਬਰ ਦਵਿੰਦਰ ਅਗਰਵਾਲ ਨੂੰ ਸ਼ਾਮਿਲ ਕੀਤਾ ਗਿਆ। ਇਸ ਮੌਕੇ ਉਹਨਾਂ ਦਵਿੰਦਰ ਅਗਰਵਾਲ ਨੂੰ ਪਾਰਟੀ ਵਿੱਚ ਸ਼ਾਮਿਲ ਕਰਦੇ ਹੋਏ ਉਹਨਾਂ ਦੇ ਸਮਾਜ ਭਲਾਈ ਕੰਮਾਂ ਦੀ ਜੰਮ ਕੇ ਸ਼ਲਾਘਾ ਕੀਤੀ। ਉੱਥੇ ਹੀ ਦਵਿੰਦਰ ਅਗਰਵਾਲ ਦੇ ਵੱਲੋਂ ਪਾਰਟੀ ਦੇ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਦੇ ਨਾਲ ਨਿਭਾਉਣ ਦਾ ਵਾਅਦਾ ਕੀਤਾ ਗਿਆ। ਮੇਰਾ ਨਾਮ ਦਵਿੰਦਰ ਅਗਰਵਾਲ ਇਲੈਕਟ੍ਰੋਨਿਕਸ ਦੇ ਪ੍ਰੋਪਰਾਈਟਰ। ਇਹ ਭਾਟੀਆ ਸਾਹਿਬ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਆਪਣੀ ਟੀਮ 'ਚ ਸ਼ਾਮਲ ਕੀਤਾ। ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਵਾਂ। ਮੈਂ ਆਪਣੇ ਪੂਰੇ ਤਨ ਮਨ ਨਾਲ ਇਸ ਐਸੋਸੀਏਸ਼ਨ ਦੀ ਸੇਵਾ ਕਰਾਂਗਾ। ਮੇਰੀ ਟੀਮ ਜਿਹੜੀ ਆ ਮੇਰੇ ਨਾਲ ਆ, ਮੈਨੂੰ ਇਹਨਾਂ 'ਤੇ ਬਹੁਤ ਮਾਣ ਆ। ਅਸੀਂ ਨਿਸ਼ਕਾਮ ਸੇਵਾ ਕਰਾਂਗੇ। ਸਾਡੇ ਦਵਿੰਦਰ ਅਗਰਵਾਲ ਜੀ ਜਿਹੜੇ ਕਿ ਬਹੁਤ ਹੀ ਵਧੀਆ ਸਮਾਜ ਸੇਵਕ ਨੇ। ਪਿਛਲੇ ਸਮੇਂ ਦੇ ਵਿੱਚ ਲੋਕਡਾਊਨ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਦੱਸਿਆ ਗਿਆ, ਜਿੱਥੇ ਇੱਕ ਪਰਿਵਾਰ ਨੂੰ ਚਲਾਉਣਾ ਔਖਾ ਸੀ, 2 ਵਕਤ ਦੀ ਰੋਟੀ ਖਾਣੀ ਔਖੀ ਸੀ, ਉੱਥੇ ਇਹਨਾਂ ਨੇ ਔਰ ਇਹਨਾਂ ਦੀ ਪੂਰੀ ਟੀਮ ਨੇ ਲੋਕਡਾਊਨ ਦੇ ਵਿੱਚ ਹਜ਼ਾਰਾਂ ਪਰਿਵਾਰਾਂ ਨੂੰ ਰਾਸ਼ਨ ਦਿੱਤਾ, ਹਜ਼ਾਰਾਂ ਪਰਿਵਾਰਾਂ ਨੂੰ ਰੋਟੀ ਖਵਾਈ। ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਵੀ ਅੱਜ ਅਸੀਂ ਇਹਨਾਂ ਦੇ ਘਰ ਮੀਟਿੰਗ ਕੀਤੀ ਹੈ ਔਰ ਇਹ ਸਾਡੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਪਾਰਟੀ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਏ ਨੇ। ਜ਼ੋਰਦਾਰ ਤਾੜੀਆਂ ਦੇ ਨਾਲ ਮੈਂ ਇਹਨਾਂ ਦਾ ਸਵਾਗਤ ਕਰਦਾ। ਕਾਂਗਰਸੀ ਆਗੂ ਅਵਤਾਰ ਸਿੰਘ ਖਾਲਸਾ ਨੂੰ ਆਲ ਇੰਡੀਆ ਰੰਗਰੇਟਾ ਦਲ ਦੇ ਮਾਲਵਾ ਜ਼ੋਨ ਦਾ ਪ੍ਰੈਜ਼ੀਡੈਂਟ ਬਣਾਉਣ ਤੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਵੱਲੋਂ ਅਵਤਾਰ ਸਿੰਘ ਖਾਲਸਾ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਨਾਲ ਹੀ ਉਹਨਾਂ ਆਲ ਇੰਡੀਆ ਰੰਗਰੇਟਾ ਦਲ ਦੇ ਕੌਮੀ ਪ੍ਰਧਾਨ ਜੋਗਿੰਦਰ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਅਵਤਾਰ ਸਿੰਘ ਖਾਲਸਾ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਵਿਛੜੇ ਵਰਗ ਦੇ ਲੋਕਾਂ ਦੀ ਬਿਹਤਰੀ ਦੇ ਲਈ ਅੱਗੇ ਹੋ ਕੇ ਕੰਮ ਕਰਨਗੇ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਜੋਗਿੰਦਰ ਸਿੰਘ ਮਾਨ ਜਿਹੜੇ ਸਾਡੇ ਐਕਸ ਕੈਬਨਿਟ ਮਿਨਿਸਟਰ ਰਹੇ ਨੇ ਪੰਜਾਬ ਗਵਰਨਮੈਂਟ ਦੇ, ਅੱਜ ਕੱਲ੍ਹ ਚੇਅਰਮੈਨ ਨੇ ਪੰਜਾਬ ਐਗਰੋ ਦੇ, ਉਹ ਆਲ ਇੰਡੀਆ ਰੰਗਰੇਟਾ ਦਲ ਦੇ ਪ੍ਰੈਜ਼ੀਡੈਂਟ ਵੀ ਨੇ। ਉਹਨਾਂ ਨੇ ਸਰਦਾਰ ਅਵਤਾਰ ਸਿੰਘ ਖਾਲਸਾ ਜੀ ਨੂੰ ਮਾਲਵਾ ਰੀਜਨ ਦਾ ਜਿਹੜਾ ਆ ਪ੍ਰੈਜ਼ੀਡੈਂਟ ਥਾਪਿਆ। ਸਰਦਾਰ ਅਵਤਾਰ ਸਿੰਘ ਖਾਲਸਾ ਸਾਡੇ ਬਹੁਤ ਹੀ ਪੁਰਾਣੇ ਕੱਟੜ ਕਾਂਗਰਸੀ ਨੇ ਤੇ ਇਹਨਾਂ ਦੀ ਪੂਰੀ ਲਾਈਫ ਹੀ ਕਾਂਗਰਸ ਨੂੰ ਡੈਡੀਕੇਟਡ ਰਹੀ ਹੈ। ਸੋ ਮੈਂ ਮੁਬਾਰਕਬਾਦ ਦਿੰਦਾ ਖਾਲਸਾ ਜੀ ਨੂੰ, ਮਾਨ ਸਾਹਿਬ ਨੂੰ, ਸਾਰੇ ਰੰਗਰੇਟਾ ਦਲ ਦੇ ਸਾਡੇ ਜਿਹੜੇ ਵੀਰ ਨੇ, ਭੈਣਾਂ, ਬੱਚੇ, ਬਜ਼ੁਰਗ, ਉਹਨਾਂ ਨੂੰ ਕਿ ਖਾਲਸਾ ਜੀ ਦੀ ਜਿਹੜੀ ਅਪਾਇੰਟਮੈਂਟ ਹੈ ਇਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ, ਸਾਡੀ ਡਿਵੈਲਪਮੈਂਟ ਨੂੰ ਜਿਹੜਾ ਉਹ ਬਹੁਤ ਇਹਦੀ ਸਾਨੂੰ ਮਿਲੇਗੀ ਡਾਇਰੈਕਸ਼ਨ ਇਹਨਾਂ ਤੋਂ। ਅੱਜ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡਾ ਆਲ ਇੰਡੀਆ ਰੰਗਰੇਟਾ ਦਲ ਦੇ ਸਾਡੇ ਕੌਮੀ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਜੀ ਮਾਨ, ਜਿਨ੍ਹਾਂ ਨੇ ਮੈਨੂੰ ਪੰਜਾਬ ਦਾ ਆਲ ਇੰਡੀਆ ਰੰਗਰੇਟਾ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਅੱਜ ਅਸੀਂ ਸਰਦਾਰ ਕੁਲਦੀਪ ਸਿੰਘ ਜੀ ਵੈਦ ਸਾਹਿਬ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਇੱਥੇ ਪਹੁੰਚੇ ਸੀ। ਉਹਨਾਂ ਨੇ ਵੀ ਸਾਨੂੰ ਬਹੁਤ ਸਾਡੇ ਨਾਲ
ਸਾਨੂੰ ਆਸ਼ੀਰਵਾਦ ਦਿੱਤਾ ਹੈ। ਅਸੀਂ ਆਪਣੇ ਕੌਮ ਪ੍ਰਤੀ ਜੋ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ, ਜੋ ਸਾਡੇ ਨਾਲ ਅਨਿਆਏ ਹੋ ਰਿਹਾ ਹੈ, ਉਸ ਦੇ ਸੰਬੰਧ ਦੇ ਵਿੱਚ ਆਲ ਇੰਡੀਆ ਰੰਗਰੇਟਾ ਦਲ ਨੂੰ ਕਾਮਯਾਬ ਕਰਨ ਵਾਸਤੇ ਅਸੀਂ ਲੜਾਈ ਲੜਨੀ ਹੈ। ਉਧਰ ਸਮਾਜ ਸੇਵਾ ਸੰਸਥਾ ਲੋਕ ਸੇਵਾ ਸੁਸਾਇਟੀ ਦੇ ਵੱਲੋਂ ਰਾਸ਼ਨ ਵਿਤਰਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਗਈ। ਇਸ ਮੌਕੇ ਸੰਸਥਾ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਲੋਕ ਸੇਵਾ ਸੁਸਾਇਟੀ ਵੱਲੋਂ ਜਿਹੜੀ ਪਿਛਲੇ ਬੜੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ, ਪ੍ਰਧਾਨ ਮੋਨੂ ਸਰੋਹਾ ਜੀ ਔਰ ਚੇਅਰਮੈਨ ਸੰਤੋਸ਼ ਵਿਜ ਜੀ ਦੀ ਅਧਿਕਸ਼ਤਾ ਦੇ ਵਿੱਚ ਬੜਾ ਅੱਛਾ ਲੱਗਦਾ ਹੈ ਇੱਥੇ ਆ ਕੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਸ਼ਾਮਿਲ ਹੋ ਕੇ, ਜਿੱਥੇ ਸੰਸਥਾ ਦੀ ਤਰਫ ਤੋਂ ਸਮੇਂ-ਸਮੇਂ 'ਤੇ ਮੈਡੀਕਲ ਕੈਂਪ ਲਾਏ ਜਾਂਦੇ ਹੈ। ਜ਼ਰੂਰਤਮੰਦਾਂ ਦੀ ਹਰ ਤਰ੍ਹਾਂ ਦੀ ਮੈਡੀਕਲ ਔਰ ਖਾਣ ਪਾਣ ਦੀ ਸਹਾਇਤਾ ਕੀਤੀ ਜਾਂਦੀ ਹੈ। ਧਾਰਮਿਕ ਸਥਾਨਾਂ 'ਤੇ ਬੱਸ ਯਾਤਰਾ ਫ੍ਰੀ ਕਰਵਾਈ ਜਾਂਦੀ ਹੈ, ਮੈਡੀਕਲ ਕੈਂਪ ਲਾਏ ਜਾਂਦੇ ਹੈ। ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ, ਵੱਧ ਚੜ੍ਹ ਕੇ ਇਸ ਤਰ੍ਹਾਂ ਦੀ ਸੰਸਥਾ ਦਾ ਸਾਥ ਔਰ ਸਹਿਯੋਗ ਜ਼ਰੂਰ ਦਿਓ, ਤਾਂ ਕਿ ਇਸ ਤਰ੍ਹਾਂ ਦੇ ਚੰਗੇ ਕੰਮ ਵੱਧ ਚੜ੍ਹ ਕੇ ਕੀਤੇ ਜਾਣ। ਲੋਕ ਸੇਵਾ ਸੁਸਾਇਟੀ ਵੱਲੋਂ 105 ਰਾਸ਼ਨ ਵਿਤਰਨ ਸਮਾਰੋਹ ਕਰ ਰਹੇ ਹਾਂ, ਜੋ ਕਿ ਇੱਕ ਬਹੁਤ ਹੀ ਸਰਾਹਨੀय ਕਦਮ ਹੈ ਇਹਨਾਂ ਦੀ ਟੀਮ ਵੱਲੋਂ। ਵੱਧ ਚੜ੍ਹ ਕੇ ਸਹਿਯੋਗ ਕਰਦੇ ਆ ਔਰ ਪੂਰਾ ਅੱਛੀ ਤਰ੍ਹਾਂ ਪ੍ਰਬੰਧ ਵੀ ਕਰਦੇ ਆ ਔਰ ਗਰੀਬ ਮਹਿਲਾਵਾਂ ਵਾਸਤੇ। ਇੱਕ ਇਹਨਾਂ ਦੀ ਪੂਰੀ ਟੀਮ ਹਰ ਮਹੀਨੇ ਚਿੰਤਪੁਰਨੀ ਮਾਤਾ ਜੀ ਵੱਲੋਂ ਫ੍ਰੀ ਬੱਸ ਸੇਵਾ ਕਰਦੀ ਹੈ ਔਰ ਗਰੀਬ ਬੱਚਿਆਂ ਨੂੰ ਦਵਾਈਆਂ ਪ੍ਰੋਵਾਈਡ ਕਰਦੀ ਹੈ। ਇੱਕ ਇਹਨਾਂ ਨੇ ਪਿੱਛੇ ਕੈਂਸਰ ਦਾ ਕੋਈ ਮਰੀਜ਼ ਸੀ, ਉਹਨਾਂ ਦੇ ਇਲਾਜ ਵਾਸਤੇ ਬਹੁਤ ਸਹਿਯੋਗ ਕੀਤਾ। ਜਿੱਥੇ ਵੀ ਜ਼ਰੂਰਤਮੰਦ ਗਰੀਬਾਂ ਨੂੰ ਜਾਂ ਕਿਸੇ ਨੂੰ ਜ਼ਰੂਰਤ ਪੈਂਦੀ ਹੈ, ਵੱਧ ਚੜ੍ਹ ਕੇ ਹਿੱਸਾ ਲੈਂਦੇ ਔਰ ਪੂਰਾ ਸਹਿਯੋਗ ਕਰਦੇ। ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਮੁੱਖ ਰੱਖਦੇ ਹੋਏ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰੈਸ ਵਾਰਤਾ ਰੱਖੀ ਗਈ, ਜਿਸ ਦੇ ਵਿੱਚ ਕੌਮੀ ਪ੍ਰਧਾਨ ਵਿਜੇ ਦਾਨਵ ਦੇ ਵੱਲੋਂ ਪੱਤਰਕਾਰਾਂ ਨੂੰ 30 ਅਕਤੂਬਰ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਜੇ ਦਾਨਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 30 ਅਕਤੂਬਰ ਨੂੰ ਲੁਧਿਆਣਾ ਦੇ ਦਰੇਸੀ ਮੈਦਾਨ ਤੋਂ ਘਾਟੀ ਮੁਹੱਲਾ ਤੱਕ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ਦੇ ਤਹਿਤ ਉਹਨਾਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਦਾ ਖਿਆਲ ਰੱਖ ਕੇ ਮਾਸਕ ਪਹਿਨ ਕੇ ਇਸ ਯਾਤਰਾ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ। ਅਸੀਂ ਜ਼ਿਲ੍ਹਾ ਸੰਗਠਨ ਲੁਧਿਆਣਾ ਸ਼ਹਿਰੀ ਸੰਗਠਨ ਵੱਲੋਂ ਪਰਮਾਤਮਾ ਦਾ ਪਾਵਨ ਪ੍ਰਗਟ ਦਿਵਸ ਜੋ ਹੈ, ਉਸ ਦੀ ਵਿਸ਼ਾਲ ਜੋ ਸ਼ੋਭਾ ਯਾਤਰਾ ਵਾ, ਉਹ 31ਵੀਂ ਵਿਸ਼ਾਲ ਸ਼ੋਭਾ ਯਾਤਰਾ 30 ਅਕਤੂਬਰ ਨੂੰ ਦਰੇਸੀ ਦੇ ਖੁੱਲ੍ਹੇ ਮੈਦਾਨ ਦੇ ਵਿੱਚੋਂ ਕਰਨ ਜਾ ਰਹੇ ਹਾਂ ਔਰ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਜਿਹੜੀਆਂ ਉਸ ਦੀ ਪਾਲਣਾ ਕੀਤੀ ਜਾਊਗੀ। ਸਰਕਾਰ ਨੇ ਜੋ ਸਾਨੂੰ ਵਿਸ਼ੇਸ਼ ਤੌਰ ਤੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਔਰ ਡਿਪਟੀ ਕਮਿਸ਼ਨਰ ਸਾਹਿਬ, ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਸਾਡੇ ਨੂੰ ਇਹ ਗੱਲ ਮੀਟਿੰਗਾਂ 'ਚ ਕਹੀ ਆ ਕਿ ਤੁਸੀਂ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦਾ ਪਾਲਣਾ ਕਰਨਾ ਵਾ, ਉਸ ਦੀ ਸਾਰੀ ਪਾਲਣਾ ਜਿਹੜੀ ਕੀਤੀ ਜਾਊਗੀ। ਔਰ ਮੈਂ ਜਿੱਥੇ ਪੂਰੇ ਵਿਸ਼ਵ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਭਾਰਤੀ ਵਾਲਮੀਕੀ ਧਰਮ ਸਮਾਜ ਵੱਲੋਂ, ਜਿਹੜੀ ਪਰਮਪਿਤਾ ਪ੍ਰਮਾਤਮਾ ਸ੍ਰਿਸ਼ਟੀ ਰਚੇਤਾ ਤ੍ਰਿਕਾਲਦਰਸ਼ੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਔਰ ਪਵਿੱਤਰ ਪ੍ਰਗਟ ਉਤਸਵ 31 ਅਕਤੂਬਰ ਦਾ ਹੈ ਔਰ ਪ੍ਰਗਟ ਦਿਵਸ ਦੇ ਉਪਲਕਸ਼ ਦੇ ਵਿੱਚ ਜੋ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਗਰਾਊਂਡ 'ਚੋਂ 30 ਤਰੀਕ ਨੂੰ ਕੱਢੀ ਜਾ ਰਹੀ ਹੈ। ਇਹਦੇ ਲਈ ਮੈਂ ਜਿੱਥੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਔਰ ਭਾਰਤੀ ਵਾਲਮੀਕੀ ਧਰਮ ਸਮਾਜ ਪਰਿਵਾਰ ਵੱਲੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਉਤਸਵ 'ਤੇ ਸਭ ਨੂੰ ਮੁਬਾਰਕਬਾਦ ਦਿੰਦਾ। ਉੱਥੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਦਰੇਸੀ ਗਰਾਊਂਡ ਦੇ ਵਿੱਚ ਠੀਕ 4 ਵਜੇ ਪਹੁੰਚ ਕੇ ਸ਼ੋਭਾ ਯਾਤਰਾ ਦੀ ਰੌਣਕ ਵਧਾਓ। ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਅਸ਼ਵਨੀ ਸਹੋਤਾ ਦੀ ਪ੍ਰਧਾਨਗੀ ਵਾਲੇ ਭਾਰਤੀ ਵਾਲਮੀਕੀ ਧਰਮ ਸਮਾਜ ਵੱਲੋਂ 29 ਅਕਤੂਬਰ ਨੂੰ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ, ਜੋ ਕਿ ਦਰੇਸੀ ਮੈਦਾਨ ਦੇ ਵਿੱਚ ਕਰਵਾਇਆ ਜਾਵੇਗਾ, ਜਿੱਥੇ ਵਾਲਮੀਕੀ ਸਮਾਜ ਦੇ ਸੰਤ ਮਹਾਪੁਰਸ਼ ਵੀ ਸ਼ਿਰਕਤ ਕਰਨਗੇ। ਸਮਾਗਮ ਬਾਰੇ ਜਾਣਕਾਰੀ ਦੇਣ ਸੰਬੰਧੀ ਸੰਸਥਾ ਦੇ ਦਫ਼ਤਰ ਦੇ ਵਿੱਚ ਸਮਾਗਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਭਗਵਾਨ ਵਾਲਮੀਕੀ ਮਹਾਰਾਜ ਦਾ ਪਾਵਨ ਪ੍ਰਗਟ ਦਿਵਸ ਪੂਰੇ ਵਿਸ਼ਵ ਦੇ ਵਿੱਚ 31 ਅਕਤੂਬਰ ਨੂੰ ਬੜੇ ਹਰਸ਼ੋਲਾਸ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੀ ਕੜੀ ਵਜੋਂ 29 ਅਕਤੂਬਰ ਨੂੰ ਲੁਧਿਆਣਾ ਵਿਖੇ ਦਰੇਸੀ ਮੈਦਾਨ ਵਿੱਚ ਜੋ ਵਿਸ਼ਾਲ ਸਮਾਰੋਹ ਭਾਰਤੀ ਵਾਲਮੀਕੀ ਸਭਾ ਭਾਵਨਾ ਸ਼ਾਖਾ ਲੁਧਿਆਣਾ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਪਰਮ ਪੂਜਨੀय ਧਰਮ ਗੁਰੂ ਡਾਕਟਰ ਦੇਵ ਸਿੰਘ ਦਵੈਤੀ ਜੀ ਮਹਾਰਾਜ ਸੰਗਰੂਰ ਵਾਲੇ ਉਹ ਆਪਣੇ ਪ੍ਰਵਚਨਾਂ ਦੀ ਅੰਮ੍ਰਿਤ ਵਰਸ਼ਾ ਕਰਨਗੇ। ਇਸ ਦਾ ਉਦਘਾਟਨ ਜੋ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਇਸ ਦੇ ਵਿੱਚ ਝੰਡੇ ਦੀ ਰਸਮ ਜੋ ਸਤਿਕਾਰਯੋਗ ਮੇਅਰ ਨਗਰ ਲੁਧਿਆਣਾ ਸਰਦਾਰ ਬਲਕਾਰ ਸਿੰਘ ਸੰਧੂ ਜੀ ਅਤੇ ਜੋਤ ਰੋਸ਼ਨ ਸ਼੍ਰੀ ਪ੍ਰਦੀਪ ਸੁੱਬਰਵਾਲ ਜੀ IAS ਕਮਿਸ਼ਨਰ ਲੁਧਿਆਣਾ ਕਰਨਗੇ। ਉਧਰ ਦੂਜੇ ਪਾਸੇ ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮਨਾਉਣ ਸੰਬੰਧੀ ਵੱਖ-ਵੱਖ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਵੱਲੋਂ 29 ਅਕਤੂਬਰ ਨੂੰ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ। ਇਸ ਦੇ ਤਹਿਤ ਬਾਬਾ ਸਾਹਿਬ ਦਲਿਤ ਫੋਰਸ ਅਤੇ ਭਾਰਤੀ ਵਾਲਮੀਕੀ ਆਦਿ ਸਮਾਜ ਦੇ ਵੱਲੋਂ ਸਾਂਝੇ ਤੌਰ ਤੇ 29 ਅਕਤੂਬਰ ਨੂੰ ਰੱਥ ਯਾਤਰਾ ਕੱਢੀ ਜਾਵੇਗੀ, ਜੋ ਕਿ ਦਰੇਸੀ ਮੈਦਾਨ ਤੋਂ ਘਾਟੀ ਮੁਹੱਲਾ ਤੱਕ ਜਾਵੇਗੀ।
ਅੱਜ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਜਿਹੜਾ ਬਾਬਾ ਸਾਹਿਬ ਦਲਿਤ ਫੋਰਸ ਦਾ ਹੈੱਡ ਆਫਿਸ ਹੈ, ਉੱਥੇ ਅਸੀਂ ਇੱਕ ਵਿਸ਼ੇਸ਼ ਮੀਟਿੰਗ ਰੱਖੀ। 29/10/2020 ਨੂੰ ਬਾਬਾ ਸਾਹਿਬ ਦਲਿਤ ਫੋਰਸ ਵੱਲੋਂ ਅਤੇ ਭਗਵਾਨ ਵਾਲਮੀਕੀ ਮਹਾਰਾਜ ਆਦਿ ਧਰਮ ਸਮਾਜ ਵੱਲੋਂ ਇੱਕ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਉਤਸਵ ਦੇ ਉਪਲਕਸ਼ ਦੇ ਵਿੱਚ ਮਨਾਈ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਦ੍ਰੇਸੀ ਗਰਾਊਂਡ ਕਿਲਾ ਚੌਂਕ ਤੋਂ ਸ਼ੁਰੂ ਹੋ ਕੇ ਪੁਰਾਣੀ ਸਬਜ਼ੀ ਮੰਡੀ, ਪ੍ਰਤਾਪ ਬਾਜ਼ਾਰ ਚੌਂਕ, ਮਾਤਾ ਰਾਣੀ ਚੌਕ, ਘੰਟਾ ਘਰ, ਚੌੜਾ ਬਾਜ਼ਾਰ ਹੁੰਦੀ ਹੋਈ ਘਾਟੀ ਮੱਲੇ ਸਮਾਪਤ ਹੋਵੇਗੀ, ਜਿਸ ਦੇ ਵਿੱਚ ਵਿਸ਼ੇਸ਼ ਰੂਪ ਵਿੱਚ ਅਸੀਂ ਜਿਹੜਾ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਕਰਦੇ ਹੋਏ ਇਸ ਸ਼ੋਭਾ ਯਾਤਰਾ ਨੂੰ ਸੁਚੱਜੇ ਢੰਗ ਨਾਲ ਸੁਚਾਰੂ ਰੱਖਾਂਗੇ ਤੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਭਗਵਾਨ ਵਾਲਮੀਕੀ ਮਹਾਰਾਜ ਦਾ ਜਿਹੜਾ ਆਸ਼ੀਰਵਾਦ ਵੀ ਪ੍ਰਾਪਤ ਕਰਨ ਤੇ ਨਾਲ ਦੀ ਨਾਲ ਜਿਹੜੇ ਸੋਸ਼ਲ ਡਿਸਟੈਂਸ ਆ ਉਹਨੂੰ ਵੀ ਮੇਨਟੇਨ ਕਰਨ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਨਜਾਇਜ਼ ਅਸਲਾ ਰੱਖਣ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਦੇ ਬੇਟੇ ਖਿਲਾਫ ਮਾਮਲਾ ਦਰਜ। ਪੁਲਿਸ ਦੀ ਗ੍ਰਿਫਤ ਵਿੱਚ ਆਏ ਮੁਲਜ਼ਮ ਨੇ ਖੋਲੇ ਰਾਜ਼, ਯੂਪੀ ਤੋਂ ਲਿਆ ਕੇ ਦਿੱਤਾ ਸੀ ਅਸਲਾ। ਮਾਮਲੇ ਵਿੱਚ 3 ਲੋਕਾਂ ਖਿਲਾਫ ਕੇਸ ਦਰਜ, 1 ਗ੍ਰਿਫਤਾਰ। ਖੰਨਾ ਨੇੜੇ ਜਲੰਧਰ ਦਿੱਲੀ ਹਾਈਵੇ ਤੇ ਧੱਸੀ ਸੜਕ ਧੱਸਣ ਨਾਲ ਆਵਾਜਾਈ ਹੋਈ ਪ੍ਰਭਾਵਿਤ। ਕਾਰਨਾਂ ਦੀ ਹੋ ਰਹੀ ਹੈ ਜਾਂਚ। ਮੌਕੇ ਤੇ ਪਹੁੰਚੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਜਲਦ ਸੜਕ ਠੀਕ ਕਰਨ ਦੇ ਜਾਰੀ ਕੀਤੇ ਨੇ ਆਦੇਸ਼। ਸਮਰਾਲਾ ਦੇ ਸਰਕਾਰੀ ਸਕੂਲ ਵਿੱਚ ਕੋਰੋਨਾ ਦੀ ਦਸਤਕ। ਸਕੂਲ ਦਾ ਸਰਕਾਰੀ ਅਧਿਆਪਕ ਆਇਆ ਕੋਰੋਨਾ ਪੋਜ਼ਿਟਿਵ। ਘਰ ਦੇ ਵਿੱਚ ਕੀਤਾ ਗਿਆ ਇਕਾਂਤਵਾਸ। ਬਾਕੀ ਅਧਿਆਪਕਾਂ ਦੇ ਹੋ ਰਹੇ ਨੇ ਟੈਸਟ। ਕਿਸਾਨ ਜਥੇਬੰਦੀਆਂ ਦਾ ਵਿਰੋਧ ਜਾਰੀ। ਭਾਰਤੀ ਕਿਸਾਨ ਯੂਨੀਅਨ ਡਕੌਤਾ ਦੇ ਪ੍ਰਧਾਨ ਦੀ ਅਪੀਲ। ਸਾਰੇ ਜਥੇਬੰਦੀਆਂ ਨੂੰ ਇੱਕ ਹੋਣ ਦੀ ਕੀਤੀ ਅਪੀਲ। ਮੋਦੀ ਸਰਕਾਰ ਤੇ ਲਗਾਏ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਦੋਸ਼। ਭਗਵਾਨ ਸ਼੍ਰੀ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਮਨਾਉਣ ਦੀਆਂ ਤਿਆਰੀਆਂ ਵਿੱਚ ਲੱਗੀਆਂ ਵੱਖ-ਵੱਖ ਸੰਸਥਾਵਾਂ। ਪ੍ਰਗਟ ਦਿਵਸ ਮੌਕੇ ਕੱਢੀਆਂ ਜਾਣਗੀਆਂ ਸ਼ੋਭਾ ਯਾਤਰਾਵਾਂ। ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।